ਜਿਹੜੇ ਇਹ ਰੌਲਾ ਪਾਉਂਦੇ ਆ। ਅੱਜ ਉੱਥੇ ਇਹਨਾਂ ਦੀ ਕਿਸੇ ਪੋਸਟ ਦੇ ਉੱਤੇ ਮੈਂ ਕਮੈਂਟ ਪੜਿਆ, ਕਹਿੰਦੇ ਵੀ ਦੇਖੋ ਇੱਦਾਂ ਕਿੱਦਾਂ ਹੋ ਸਕਦੀ ਆ ਵੀ ਰੇਡੀਓ ਚੱਲਦਾ, ਕਹਿੰਦੇ ਕੈਨੇਡਾ ਅਮਰੀਕਾ ਦੇ ਵਿੱਚ ਅਸੀਂ ਰੇਡੀਓ ਦੇਖਦੇ ਹਾਂ, $500 ਘੰਟੇ ਦਾ ਖਰਚਾ ਆ, ਲਾਇਸੈਂਸ ਦੀ ਫੀਸ, ਸਰਕਾਰੀ ਖਰਚੇ, ਬੰਦਿਆਂ ਦੀਆਂ ਤਨਖਾਹਾਂ। ਇੱਥੇ ਕਹਿੰਦੇ 24 ਘੰਟੇ ਟੀਵੀ ਚੱਲਦਾ, ਰੇਡੀਓ ਚੱਲਦਾ, ਖਰਚੇ ਕਿੱਥੋਂ ਆਉਂਦੇ ਆ ਹਰ ਇੱਕ ਦੇ ਏਜੰਸੀਆਂ ਦੇ। ਜਾਣੀ ਬਾਦਲਾਂ ਦੇ ਕਬਜ਼ੇ 'ਚ ਹੋਵੇ ਸ਼੍ਰੋਮਣੀ ਕਮੇਟੀ ਦੇ ਅੰਡਰ ਹੋਵੇ ਜਥੇਦਾਰ, ਤੇ ਜਥੇਦਾਰ ਮੈਨੂੰ ਛੇਕ ਦੇਵੇ ਪੰਥ ਚੋਂ, ਤੇ ਬਾਦਲ ਹੋਣ ਭਾਜਪਾ ਦੇ ਨਾਲ, ਤੇ ਭਾਜਪਾ ਹੋਵੇ RSS ਦੇ ਅੰਡਰ। ਆਪਣੀ ਤੁਹਾਡੀ ਇੱਕ ਕੜੀ ਹੈ ਤਾਂ ਸਿੱਧੀ ਜੁੜਦੀ, ਉਹਦੇ ਬਾਵਜੂਦ ਵੀ ਜਾਣੀ ਤੁਹਾਡੇ ਅਕਾਲ ਤਖਤ ਤੋਂ ਛੇਕੇ ਹੋਣ ਦੇ ਬਾਵਜੂਦ ਵੀ ਦੂਜਾ ਗਰੁੱਪ ਬਾਦਲਾਂ ਦਾ ਐਂਟੀ ਗਰੁੱਪ ਜਿਹੜਾ ਮਾਨ ਹੋਣਾ ਦਾ, ਦਾਦੂ ਵਾਲਿਆ, ਮੰਡਿਆ, ਉਹਨੂੰ ਕਾਂਗਰਸ ਨਾਲ ਤੁਸੀਂ ਜੋੜਦੇ ਹੋ। ਉਹਨੇ ਵੀ ਛੇਕ ਦਿੱਤਾ। ਮੰਡ ਦੀ ਕੋਈ ਸੀ ਤੈਨੂੰ ਪੰਥ ਚੋਂ ਛੇਕਿਆ ਸੀ ਆਪਣੇ ਹੱਥ, ਜਿਹੜੀ ਕਾਂਗਰਸ ਵਾਲੇ ਪੰਥ ਚੋਂ ਵੀ ਛੇਕ ਦਿੱਤਾ, ਭਾਜਪਾ ਵਾਲੇ ਪੰਥ ਚੋਂ ਵੀ ਛੇਕ ਦਿੱਤਾ, ਅਕਾਲੀ ਦਲ ਵਾਲੇ ਚੋਂ, RSS ਵਾਲੇ ਚੋਂ। ਫਿਰ ਕਹਿੰਦੇ ਨਹੀਂ ਹਰਨੇਕ RSS ਦਾ ਹੁੰਦਾ ਹੈ। ਜੋੜ ਘਟਾਓ ਨਹੀਂ ਕਿਤੇ ਠੀਕ ਹੋ ਰਿਹਾ। ਅਸੀਂ ਫਰਸਟ੍ਰੇਟ ਨਾ ਹੋਈਏ, ਸਹਿਜ ਰੱਖੀਏ। ਜਿੱਦਾਂ ਸਤਵਿੰਦਰ ਸਿੰਘ ਅਨੂਪਗੜ੍ਹ ਨੇ ਕੀਤਾ, ਮੈਂ ਕਹਿੰਦਾ ਕੋਈ ਵੀ ਬੰਦਾ ਧਰਤੀ ਦੇ ਉੱਤੇ, ਕੋਈ ਵੀ ਬੰਦਾ ਐਸਾ ਨਹੀਂ ਹੈ ਜਿਹੜਾ ਕਹਿੰਦਾ ਕਿ ਮੇਰੇ ਤੋਂ ਬਿਨਾਂ, ਮੇਰੀਆਂ ਗੱਲਾਂ ਤੋਂ ਬਿਨਾਂ, ਮੇਰੇ ਵਿਚਾਰਾਂ ਤੋਂ ਬਿਨਾਂ, ਮੇਰੀਆਂ ਦਲੀਲਾਂ ਤੋਂ ਬਿਨਾਂ ਇਹ ਲਹਿਰ ਜਿਹੜੀ ਖੜ ਨਹੀਂ ਸਕਦੀ। ਇਹ ਵਹਿਮ ਹੈ ਉਹਨੂੰ, ਉਹ ਕੋਈ ਵੀ ਹੋ, ਕਿਸੇ ਦੇ ਬਾਪ ਦਾ ਬਾਪ ਵੀ ਹੋਵੇ, ਉਹ ਤੋਂ ਬਿਨਾਂ ਇਹ ਆਪਣੇ ਆਪੇ ਹੋ ਜਾਣਾ। ਇਹਦਾ ਵਹਿਮ ਨਾ ਪਾਲਿਓ, ਭਾਰਤ ਚੱਕ ਕੇ ਨਾ ਚੱਲਿਓ, ਜੋ ਹੁੰਦਾ ਕਰ ਲਿਓ, ਘਰ ਬੈਠੋ ਜਾ। ਜਿਹੜਾ ਖੋਟਾ ਪੈਸਾ ਹੁੰਦਾ ਨਾ, ਜਿਹੜਾ ਨਕਲੀ ਗਹਿਣਾ ਹੈ, ਜਦੋਂ ਸਰਾਫ ਦੇ ਹੱਥ, ਸੁਨਿਆਰੇ ਦੇ ਹੱਥ ਹੁੰਦਾ, ਜਦੋਂ ਕਸਵੱਟੀ ਤੇ ਲਾ ਕੇ ਦੇਖਦਾ, ਉਹਨੂੰ ਪਤਾ ਲੱਗ ਜਾਂਦਾ। ਗੁਰਬਾਣੀ ਦੇ ਵਿੱਚ ਵੀ ਆਇਆ, ਖਰੇ ਖਜ਼ਾਨੇ ਪਾਇਨ, ਖੋਟੇ ਸੱਟੀਏ ਬਾਰ ਬਾਰ। ਜਿਹੜਾ ਇਹਨੂੰ ਸਮਝਦਾ ਹੈ ਨਾ, ਜਦੋਂ ਉਹਨੇ ਦੇਖਣਾ, ਉਹਨੇ ਕਹਿਣਾ ਫੁਕਰਾ ਹੈ, ਖੁਸ਼ ਹੈ, ਕਾਲਾ ਹੈ, ਸਵਾਰਥੀ ਆ, ਲਾਲਚੀ ਆ, ਕਮੀਣਾ ਹੈ, ਖੁਦਗਰਜ਼। ਜਿਹੜਾ ਆਪਣੇ ਹਿੱਤ ਨੂੰ ਲੈ ਕੇ ਬੈਠਾ, ਜਿਹੜਾ ਆਪਣੇ ਮਤਲਬ ਨੂੰ ਲੈ ਕੇ ਬੈਠਾ, ਜੇ ਤੁਸੀਂ ਕਹੋਗੇ ਉਹਨੂੰ ਕੋਈ ਤਬਦੀਲੀ ਲਿਆ ਦੇਣੀ, ਉਹਨੂੰ ਕ੍ਰਾਂਤੀ ਲਿਆ ਦੇਣੀ। ਔਰ ਇਹ ਕੋਈ ਪਲਾਨਡ ਨਹੀਂ ਹੁੰਦਾ ਹੈ। ਪਤਾ ਨਹੀਂ ਉਹ ਮੂਵਮੈਂਟ ਜਦੋਂ ਆਉਂਦਾ ਨਾ, ਉਹ ਛਿਣ ਜਦੋਂ ਆਉਂਦਾ ਹੈ, ਬਸ ਉਹ ਸੰਭਣਾ ਹੁੰਦਾ। ਤੁਸੀਂ ਜੇ ਉਹ ਸਮਝ ਗਏ ਤੇ ਖਤਮ ਹੈ, ਫਿਰ ਤੁਹਾਨੂੰ ਕੋਈ ਨਹੀਂ ਡਰਾ ਸਕਦਾ। ਕੋਈ ਇਦਾਂ ਦਾ ਮੰਥਨ ਨਹੀਂ, ਕੋਈ ਸੋਚ ਨਹੀਂ ਇਦਾਂ ਦੀ ਹੈਗੀ, ਕੋਈ ਵਿਚਾਰ ਨਹੀਂ ਇਦਾਂ ਦੇ, ਕੋਈ ਗੱਲਾਂ ਨਹੀਂ ਇਦਾਂ ਦੀਆਂ ਕਰਨੀਆਂ ਪੈਂਦੀਆਂ, ਕੋਈ ਤਿਆਰੀ ਨਹੀਂ ਕਰਨੀ ਪੈਂਦੀ ਕਿ ਦੁੱਖ ਨੂੰ ਜਾਣਨਾ ਪੈਂਦਾ। ਨਹੀਂ, ਬਸ ਉਹ ਕਾਲ ਖਤਮ ਕਰ ਲੈਣੀ ਤੁਸੀਂ, ਮਸ਼ਹੂਰ ਹੋਣ ਦੀ, ਵੱਡੇ ਹੋਣ ਦੀ, ਕਿਸ ਤੋਂ ਮਤਲਬ ਕੱਢਣ ਦੀ, ਕਿਸੇ ਮੁੱਢਿਆਂ ਤੇ ਚੜ ਕੇ ਕਿਸੇ ਪੌੜੀ ਬਣਾ ਕੇ ਲੰਘਣ ਦੀ, ਇੱਛਾਵਾਂ ਤੇ ਕਾਬੂ ਪਾ। ਜਿੱਦਣ ਆਪਣਾ ਨੁਕਸਾਨ ਕਰਨ ਲਈ ਬੰਦਾ ਤਿਆਰ ਹੋ ਜਾਂਦਾ, ਉਦੋਂ ਉਹਨੂੰ ਵੱਡੇ ਤੋਂ ਵੱਡੇ ਦੁੱਖ ਝੱਲਣ ਦੀ ਤਾਕਤ ਮਿਲ ਜਾਂਦੀ। ਜੇ ਕੋਈ ਚਾਹੁੰਦਾ ਹੈ, ਜੇ ਕੋਈ ਚਾਹਵਾਨ ਹੈ, ਜਿਹਨੂੰ ਗੁਰੂ ਸਾਹਿਬ ਕਹਿੰਦੇ ਸੀ ਨਾ, ਜੋ ਤੋਂ ਪ੍ਰੇਮ ਖੇਲਣ ਕਾ ਚਾਹੂ, ਸਿਰ ਧਰ ਤਲੀ ਗਲੀ ਹੋਈ, ਉੱਥੇ ਲੈਣੇ ਟਿਕਦੇ। ਇਹ ਜਿਹੜੇ ਲੋਕ ਕਹਿੰਦੇ ਨਾ ਵੀ ਅਸੀਂ ਲੈਣੇ ਦੇ ਵਾਰਸ ਤਾਂ ਅਸੀਂ ਹਾਂ ਜੀ, ਇਹ ਸਵਾਲ ਉਹ ਨਹੀਂ ਹੈਗਾ। ਲੈਣਾ ਬਣਨਾ, ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦਾ ਵਾਰਸ ਬਣਨਾ, ਮਤਲਬ ਕਿਸੇ ਆਗੂ ਦੇ ਪਿੱਛੇ ਉਹਦੇ ਵਿਚਾਰਾਂ ਨੂੰ ਲੈ ਕੇ ਉਹਨਾਂ ਗੱਲਾਂ ਤੇ ਖੜਨਾ, ਕਿਤੇ ਵੀ ਕੋਈ ਵੀ ਹੋ ਸਕਦਾ। ਜਿਹੜੀ ਕ੍ਰਾਂਤੀ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੇ ਨਾਂ ਹੇਠ ਆਈ ਆ, ਉਦੋਂ ਬਹੁਤ ਵੱਡੀਆਂ ਵੱਡੀਆਂ ਕ੍ਰਾਂਤੀਆਂ ਦੁਨੀਆਂ ਦੇ ਵਿੱਚ।
ਕਦੇ ਕਦੇ ਜਰਮਨ ਨੂੰ ਪੜ੍ਹ ਕੇ ਦੇਖੀ, ਜਰਮਨ ਦਾ ਇਤਿਹਾਸ। ਤੁਹਾਡੀਆਂ ਅੱਖਾਂ ਜਿਹੜੀਆਂ ਕਿ ਕਾਹਦੇ ਲੋਕ ਹੈ, ਕਿੱਦਾਂ ਉਹਨਾਂ ਨੇ ਹਿਟਲਰ ਨੂੰ ਫੜ, ਕਿੱਦਾਂ ਅੱਗ ਬਲੀ ਉਹਨਾਂ ਦੇ ਅੰਦਰ, ਕਿੰਨਾ ਜਨੂਨ ਸੀ ਉਹਨਾਂ ਦੇ ਅੰਦਰ। ਬੈਲਜੀਅਮ ਨੂੰ ਕੁੱਟਿਆ, ਫਰਾਂਸ ਨੂੰ, ਇੰਗਲੈਂਡ ਨੂੰ, ਪਤਾ ਨਹੀਂ ਕੀ ਜਾਣੀ ਪਹਿਲੀ ਸੰਸਾਰ ਜੰਗ ਦੇ ਵਿੱਚ ਵਾਹ ਹੋ ਕੇ 15-20 ਸਾਲਾਂ ਦੇ ਵਿੱਚ ਮੁੜ ਕੇ ਫਿਰ ਤੂਫਾਨ ਬਣ ਕੇ ਉੱਭਰਦੇ। ਬਹੁਤ ਅੱਗੇ ਹੈ ਦੁਨੀਆ, ਔਰ ਹਰ ਥਾਂ ਤੇ ਹੋ ਰਿਹਾ। ਜਦੋਂ ਇਮਾਨਦਾਰੀ ਨਾਲ ਤੁਸੀਂ ਕੀੜਿਆਂ ਮਕੌੜਿਆਂ ਨੂੰ ਵੀ ਦੇਖਣਾ ਨਾ, ਏਦਾਂ ਆਪਸੀ ਚ ਕਰਕੇ ਜਦੋਂ ਲੜਦੇ ਆ ਜਾਂ ਲੰਘਦੇ ਆ ਜਾਂਦੇ ਆ, ਉਹ ਜਿਹੜੀ ਗੱਲ ਟੀਵੀ ਚੈਨਲ ਦੇ ਉੱਤੇ ਕਰਦੇ ਹੁੰਦੇ ਆ, ਉਹਨਾਂ ਨੂੰ ਵੀ ਤੁਸੀਂ ਜੰਗੀ ਜਾਨਵਰਾਂ ਨੂੰ ਵੀ ਦੇਖਦੇ ਆ, ਤੁਹਾਨੂੰ ਸ਼ਰਮ ਆਉਣੀ ਆ ਯਾਰ, ਮੈਂ ਕਾਹਦਾ ਹੰਕਾਰ ਕਰੀ ਜਾਂਦੀ ਸੀ, ਇੰਨਾ ਕੁਛ ਕਿੱਦਾਂ ਸਾਂਭ ਕੇ ਬੈਠੇ ਆ। ਇੱਕ ਪੁਜਾਰੀ ਨੇ ਵਹਿਮ ਪਾਲ ਦਿੱਤਾ ਸਾਡੇ ਅੰਦਰ ਵੀ ਸ਼ਕਤੀ ਸਿੱਖ ਬਣਨੇ ਨਾਲ ਆਉਂਦੀ ਆ, ਸ਼ਕਤੀ ਜਕਾਰਾ ਛੱਡਣ ਨਾਲ ਆਉਂਦੀ ਆ, ਸ਼ਕਤੀ ਫਤਿਹ ਬੁਲਾਉਣ ਦੇ ਨਾਲ ਆਉਂਦੀ। 1.25 ਲੱਖ ਨਾਲ ਲੜ ਜਾਂਦਾ, ਏਦਾਂ ਨਹੀਂ ਲੜਦਾ। ਤਕਲੀਫ ਹੁੰਦੀ ਆ, ਜੇ ਏਦਾਂ ਹੁੰਦੀ ਤਾਂ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਾਅਦ ਠਾਕਰ ਸਿੰਘ ਇਹ ਨਾ ਕਹਿਣਾ ਪੈਂਦਾ ਵੀ ਉਹ ਜਿੱਤਾ ਆ। 20 ਸਾਲ 21 ਸਾਲ ਟਕਸਾਲ ਦਾ ਬ੍ਰਹਮ ਗਿਆਨੀ ਇਸ ਗੱਲ ਦੇ ਉੱਤੇ ਝੂਠ ਬੋਲਦਾ। ਜੇ ਅੰਮ੍ਰਿਤ ਛਕਣ ਨਾਲ, ਕੇਸ ਰੱਖਣ ਨਾਲ, ਪੱਗਾਂ ਬੰਨਣ ਨਾਲ, ਫਤਿਹ ਬੁਲਾਉਣੇ ਨਾਲ, ਜਕਾਰੇ ਛੱਡਣੇ ਨਾਲ, ਪੰਜਾਂ ਪਿਆਰਿਆਂ ਦੇ ਪੇਸ਼ ਹੋਣ ਨਾਲ, ਕਿਸੇ ਤਖਤਾਂ ਤੇ ਬਹਿਣ ਨਾਲ ਤਾਕਤ ਆਉਂਦੀ ਹੁੰਦੀ, ਤੇ ਧੁੰਮੇ ਨੂੰ ਮਠਿਆਈ ਦੀ ਪਲੇਟ ਲੈ ਕੇ ਬਾਦਲਾਂ ਦੇ ਪੈਰਾਂ ਚ ਨਾ ਫਿਰਨਾ ਪੈਂਦਾ। ਸਭ ਕੁਛ ਗੁਰੂ ਦਾ ਦਿੱਤਾ, ਜਿਹਨੂੰ ਗੁਰੂ ਦਾ ਦਿੱਤਾ ਕਹਿੰਦੇ ਆ, ਸਭ ਕੁਛ ਆ ਉਹਦੇ ਕੋਲ। ਉਹ ਤਾਂ ਕਸ਼ਹਿਰੇ ਦੇ ਉੱਤੇ ਪਜਾਮਾ ਵੀ ਨਹੀਂ ਪਾਉਂਦਾ, ਕਸ਼ਹਿਰਾ ਦੀਦਾ ਹੁੰਦਾ ਉਹਦਾ। ਤਾਂ ਨਾਲਾ ਵੀ ਐਡਾ ਲੰਬਾ ਪਾਉਂਦਾ ਹੋਣਾ, ਜੇ ਚਾਹੁੰਦੇ ਤਾਂ ਉਹ ਵੀ ਲਮਕਾ ਦੋ, ਨਾਲਾ ਵੀ ਦਿਸੂ। ਗਤਰਾ, ਕਿਰਪਾਨ, 2-2 ਕਿਰਪਾਨਾਂ, ਔਰ ਯੋਧਿਆਂ ਦੀ ਖਾਣ ਦਾ ਉਹ ਹੀਰਾ ਟੌਪ ਦੇ ਉੱਤੇ ਸਿਰੇ ਤੇ ਟੀਸੀ ਵਾਲਾ ਬੇਲ ਹੈ। ਅਗਲੇ ਤਾਂ ਘਸਾ ਕੇ ਥਾਂ ਤੇ ਬਿਠਾ ਦਿੰਦੇ ਆ, ਪੂਰਾ ਏਦਾਂ ਰੋੜਾ ਪਾ ਦਿੰਦੇ, ਤਾਂ ਸਰਵਰ ਵੀ ਕਿਸੇ ਏਦਾਂ ਦਾ ਬਿਠਾ ਦਿੰਦੇ, ਕੁਛ ਨਹੀਂ ਹੁੰਦਾ। ਉਹ ਸ਼ਕਤੀ ਜਿਹੜੀ ਆ, ਇਹ ਚੈਲੰਜ ਜਿਹੜੇ ਅੱਜ ਜਿਹੜੇ ਜਵਾਬ ਸਾਨੂੰ ਦੇਣੇ ਪੈ ਰਹੇ ਆ, ਇਹ ਜਵਾਬ ਉਸ ਵੇਲੇ ਗੁਰੂ ਸਾਹਿਬ ਪੁਜਾਰੀ ਨੂੰ ਦੇ ਰਹੇ ਸੀ। ਇਹ ਸਾਰੇ ਉਹ ਚਾਹੇ ਮੁਸਲਮਾਨ ਅੱਲਾ ਦੇ ਨਾਂ ਦੇ ਉੱਤੇ ਕਰਦੇ ਸੀ, ਚਾਹੇ ਈਸਾਈ ਜੀਸਸ ਦੇ ਨਾਂ ਦੇ ਉੱਤੇ ਕਰਦੇ ਸੀ। ਥੋੜੀਆਂ ਤਕਲੀਫਾਂ ਹੱਸ ਵਰਗੇ ਨੂੰ ਝੱਲਣੀਆਂ ਪਈਆਂ। ਜਦੋਂ ਈਸਾਈ ਪਾਦਰੀ ਦਾ ਹਰ ਜ਼ੁਲਮ ਬਾਦਸ਼ਾਹ ਦੇ ਨਾਲ ਮਿਲ ਕੇ ਕੀਤਾ ਹੋਇਆ ਹਰ ਜ਼ੁਲਮ ਲੋਕਾਂ ਨੂੰ ਇਹ ਕਹਿ ਕੇ ਸਹਾਰਨਾ ਪੈਂਦਾ ਸੀ ਵੀ ਬਾਈਬਲ ਚ ਲਿਖਿਆ ਹੈ, ਬਾਈਬਲ ਚ ਲਿਖਿਆ ਹੈ, ਬਾਈਬਲ ਚ ਲਿਖਿਆ ਹੈ, ਔਰ ਲੈਟਿਨ ਭਾਸ਼ਾ ਕਿਸ ਨੂੰ ਪੜ੍ਹਨੇ ਨਹੀਂ ਦਿੱਤੀ ਜਾਂਦੀ। ਕਿੰਨੀ ਤੰਗੀ, ਕਿੱਦਾਂ ਦੇ ਸੂਰਮੇ ਹੋਣੇ ਆ ਜਿਹਨੇ ਪਹਿਲਾਂ ਲਿਆ ਕੇ ਲੋਕਾਂ ਦੀ ਭਾਸ਼ਾ ਚ ਲਿਖ ਕੇ ਏਦਾਂ ਵੰਡੀ ਹੋਈ। ਅੱਜ ਕਿੱਦਾਂ ਮੋਟਰਾਂ ਦੇ ਵਿੱਚ ਵੀ ਥਾਂ ਖਿਲਾਰ ਦਿੱਤੀਆਂ, ਕਦੇ ਚੱਕੋ ਪੜੋ ਲਾਓ ਕੋਟਾ, ਜੇ ਕੋ ਪੁਜਾਰੀ ਕਹੇ ਤੁਹਾਨੂੰ ਵੀ ਬਾਈਬਲ ਚ ਲਿਖਿਆ ਹੋ ਕੇ ਕਹਿੰਦੇ ਜਾ ਨਹੀਂ ਮੰਨਦੇ ਸੀ। ਜੇ ਉਹ ਸੂਮਾ, ਉਹ ਪਹੁੰਚ, ਉਹ ਤਾਕਤ ਲੈਣੀ, ਉੱਥੇ ਤੱਕ ਜਾਣਾ ਜਿੱਥੇ ਤੱਕ ਗੁਰੂ ਸਾਹਿਬ ਲੈ ਕੇ ਜਾਣਾ ਚਾਹੁੰਦੇ ਆ। ਆਪਾਂ ਜਦੋਂ ਪੈਮਾਨਾ ਲਾਉਂਦੇ ਛੋਟੇ ਵੱਡੇ ਦਾ, ਫਿਰ ਸਾਨੂੰ ਪਤਾ ਲੱਗਿਆ ਨਾ ਜਿਹੜੀ ਥਾਂ ਤੇ ਆ ਜਿੱਥੇ ਗੁਰੂ ਸਾਹਿਬ ਦਾ ਟਾਈਮ ਸੀ, ਉਹ ਇਲਾਕਾ ਪਛੜਿਆ ਹੋਇਆ ਸੀ। ਅਸੀਂ ਅੱਜ ਵੱਡੀਆਂ ਥਾਵਾਂ ਤੇ ਆ ਕੇ ਬੈਠੇ। ਤਕਨੀਕ ਮਾਣ ਕਰੀਏ ਇਸ ਗੱਲ ਦੇ ਉੱਤੇ ਕਿ ਉਹ 10 ਗੁਰੂ ਸਾਹਿਬਾਨ, ਉਹ 35 ਮਹਾਂਪੁਰਖ, ਇਹ ਗੁਰੂ ਗ੍ਰੰਥ ਸਾਹਿਬ
ਜਿਹੜੀ ਤਾਕਤ, ਜਿਹੜਾ ਵਸੀਲਾ, ਜਿਹੜਾ ਰਾਹ ਦੇ ਕੇ ਗਏ ਆ ਸਾਡੇ ਸਮਾਜ, ਸਾਡੀ ਨਸਲ, ਸਾਡੀ ਯੂਥ, ਸਾਡੇ ਸੱਭਿਆਚਾਰ, ਜਿਹਦੇ ਨਾਲ ਅਸੀਂ ਸੰਬੰਧ ਰੱਖਦੇ ਉਹਨਾਂ ਲੋਕਾਂ ਨੂੰ ਜਿਹੜਾ ਰਾਹ ਦਿੱਤਾ, ਅਸੀਂ ਉਸ ਰਾਹ ਦੇ ਉੱਤੇ ਤੁਰ ਕੇ ਉਹਨਾਂ ਦਾ ਮਾਣ ਵਧਾਉਣਾ ਹੋਈਏ ਕਿਤੇ ਵੀ ਜਾ ਕੇ। ਤੇ ਉਹ ਨੁਕਤੇ ਨੂੰ ਫੜੀ ਰੱਖੀਏ, ਆਪਣੇ ਆਪ ਹੀ ਸਾਰਾ ਕੁਛ ਹੋ ਜਾਣਾ। ਸਾਨੂੰ ਏਦਾਂ ਫਰਸਟ੍ਰੇਟ ਨਹੀਂ ਹੋਣਾ ਪੈਣਾ, ਦੁਖੀ ਨਹੀਂ। ਸਾਹਿਬਜ਼ਾਦੇ भी उस बादशाह तो खफा सी, पंजवें बादशाह भी बादशाह दे उस राज तो खफा सी। हाँ, एक वीर मैनू कहंदा सी, कहंदा अज कहंदा इन्हां गल्लां ते इदां रौला पैंदा जदों गुरु नानक देव जी ने कहा होगा कि मैं जलेब नहीं खाऊंगा। ਉਹਨੂੰ ਜਵਾਬ ਦੇ ਦੇਣਾ, ਪੁਜਾਰੀ ਦੇ ਕਿਸੇ ਕਰਮ ਕਾਂਡ ਨੂੰ, ਕਿਸੇ ਦੀ ਮਰਿਆਦਾ ਨੂੰ ਜਵਾਬ ਦੇ ਦੇਣਾ, ਇਨਕਾਰ ਕਰ ਦੇਣਾ ਇੱਕ ਗੱਲ ਹੈ, ਪਰ ਉਹਨੂੰ ਧਰਕਾਰਨਾ, ਉਹਨੂੰ ਭੈੜਾ ਦੱਸਣਾ, ਉਹਨੂੰ ਡਿੱਗਣਾ, ਉਹ ਕਿਤੇ ਨਾ ਕਿਤੇ ਸਾਡੀ ਕਾਲ। ਹਾਂ, ਕਈ ਵਾਰ ਅਗਲਾ ਗੱਲ ਨਹੀਂ ਸੁਣਦਾ, ਉਹਨੂੰ ਟੁੰਬਣ ਲਈ ਹੁੰਦਾ ਕਿਤੇ ਤੁਸੀਂ ਮਰੋੜਨੀ ਹੁੰਦੀ ਚੂੜੀ, ਠੀਕ ਹੈ, ਕਿਸੇ ਹੱਦ ਤੱਕ, ਨਹੀਂ ਤਾਂ ਛੱਡ ਕੇ। ਹੁਣ ਤਾਂ ਸੁਣ ਲਈ ਗਈ ਗੱਲ, ਬਸ ਇੰਪੋਰਟੈਂਟ ਫੀਲ ਹੋਣ ਲਈ ਕੁਛ ਏਦਾਂ ਦਾ ਨਾ ਕਰੀਏ ਜਿਹੜਾ ਬਾਅਦ ਵਿੱਚ ਸਾਨੂੰ ਨਾ ਕਿਹਾ ਹੋਇਆ, ਜਿਹੜਾ ਤੁਸੀਂ ਅਜੇ ਨਹੀਂ ਕਿਹਾ ਉਹ ਕਦੇ ਵੀ ਕਿਹਾ ਜਾ ਸਕਦਾ ਹੈ, ਪਰ ਜੋ ਤੁਸੀਂ ਕਹਿ ਦਿੱਤਾ ਉਹ ਮੁੜ ਕੇ ਨਹੀਂ ਦੇਣਾ। ਸਾਹਿਬਜ਼ਾਦਿਆਂ ਨੂੰ ਵੀ ਤਕਲੀਫ ਹੋਣੀ ਆ ਉਸ ਬਾਦਸ਼ਾਹ ਦੀ, ਜਿਹੜਾ ਨਿਜ਼ਾਮ ਸੀ ਦਾ, ਪਰ ਬਸ ਉਹ ਆਪਣੀ ਦ੍ਰਿੜਤਾ ਦਿਖਾ ਕੇ ਸਟੈਂਡ ਆਪਣਾ ਲੈ ਕੇ ਜਿੱਥੇ ਖੜੇ ਹਾਂ ਹੈਗੇ, ਨਾ ਤੇਰੇ ਬਣਾਏ ਹੋਏ ਆ, ਨਾ ਤੇਰੇ ਕੱਢੇ ਹੋਏ ਨਿਕਲਦੇ ਆ, ਤੇਰੇ ਕਹਿਣ ਨਾਲ, ਤੇਰੇ ਨਿਯਮਾਂ ਨਾਲ, ਤੇਰੀਆਂ ਮਰਿਆਦਾਵਾਂ ਦੇ ਨਾਲ ਪਿਆਰ ਨਹੀਂ ਵੱਧਦਾ। ਜੇ ਵੱਧਦਾ ਹੁੰਦਾ ਤਾਂ ਧੁੰਮੇ ਦਾ ਵੱਧ ਜਾਣਾ। ਜਿਹੜੇ ਇਹ ਕਹਿੰਦੇ ਆ ਕਿ ਟਕਸਾਲਾਂ ਚ, ਡੇਰਿਆਂ ਚ ਇਹਨਾਂ ਲੋਕਾਂ ਦੇ ਰਹਿਣ ਦੇ ਨਾਲ ਸਰਕਾਰਾਂ ਝੁਕ ਜਾਂਦੀਆਂ, ਤਾਂ ਜਸਵੀਰ ਸਿੰਘ ਰੁੱਡਾ ਜਿਹੜਾ ਭਿੰਡਰਾਂ ਦਾ ਭਤੀਜਾ ਆ, ਉਹਦੇ ਟੱਬਰ ਦੇ ਉੱਤੇ ਡਰੱਗ ਦਾ ਤਾਂ, ਨਸ਼ਿਆਂ ਦਾ ਤਾਂ ਉਹਦਾ RDX ਦਾ ਕੇਸ ਨਾ ਪੈਂਦਾ। ਜੇ ਕਕਾਰਾਂ ਨਾਲ, ਬਾਣਿਆਂ ਨਾਲ, ਨਿਤਨੇਮਾਂ ਨਾਲ, ਪਾਠ ਕਰਨੇ ਨਾਲ, ਟਕਸਾਲਾਂ ਦੇ ਨਾਲ ਜੁੜਨੇ ਨਾਲ ਬਚਾਅ ਹੁੰਦਾ ਤਾਂ ਪਰਵਾਨੇ ਵਰਗੇ ਜੇਲ੍ਹਾਂ ਚ ਨਾ ਹੁੰਦੇ। ਨਾਲੇ ਸਰਕਾਰ ਬਾਦਲਾਂ ਦੀ ਆ ਸਿੱਟ ਦੇ ਵਿੱਚ, ਕੁਛ ਨਹੀਂ ਹੁੰਦਾ। ਜਿਹੜਾ ਨੁਕਤਾ ਦਿੱਤਾ ਸੀ ਨਾ ਪੰਜਵੇਂ ਪਾਤਸ਼ਾਹ ਨੇ, ਮੈਂ ਸਭ ਕੁਛ ਛੋੜ ਪ੍ਰਭ ਤੋਂ ਹੀ ਆਇਆ, ਉਹ ਜਿਹੜਾ ਇੱਕ ਆ ਕੁਦਰਤ ਦਾ ਨਿਯਮ, ਜਿਹਨੂੰ ਹਰ ਇੱਕ ਥਾਂ ਦੇ ਉੱਤੇ, ਹਰੇਕ ਨੂੰ। ਅੱਜ ਹਿਊਮਨ ਰਾਈਟਸ ਦੀ ਗੱਲ ਕਾਹਤੇ ਚੱਲੀ ਹੈ, ਇੱਥੇ ਤੱਕ ਉਹ ਇੱਕ ਕਰਕੇ ਸਾਰੇ ਉਹਦੇ ਯੂਨੀਕ ਆ। ਕੋਈ ਕਿਤੇ ਵੀ ਇਦਾਂ ਧੱਕਾ ਨਹੀਂ ਕੀਤਾ ਜਾ ਸਕਦਾ। ਤੁਸੀਂ ਉਹਦੇ ਨਾਲ ਕਿੱਲੀ ਨੂੰ ਫੜ ਕੇ ਖੜੇ ਰਹੋ, ਆਪਣੇ ਆਪ ਹੀ ਲੋਕ ਖੜੇ ਰਹੋ। ਔਰ ਜਿੱਦਣ ਦੇਖੋ, ਜੇ ਸਬਰ, ਜਿਹੜਾ ਬੰਦਾ ਸਬਰ ਕਰ ਸਕਦਾ, ਜੇ ਜਾਬਰ ਮੁੜ ਕੇ ਨਿਤਰਿਆ ਫਿਰ ਕੀ ਕਰੂਗਾ ਪਤਾ। ਸਾਰੀ ਤਾਕਤ ਬਚਾ ਕੇ ਬੈਠਾ, ਜਿਹੜਾ ਦੂਜੇ ਦਾ ਜ਼ੁਲਮ ਸਹਿਣ ਦੇ ਲਈ ਸਹਿਣਸ਼ੀਲਤਾ ਦਿਖਾ ਸਕਦਾ, ਜਿੱਦਣ ਉਹ ਆਪ ਐਫੈਂਸਿਵ ਹੋ ਕੇ ਨਿਕਲਿਆ ਫਿਰ ਕੀ ਕਰੂਗਾ। ਤੁਹਾਨੂੰ ਤਾਂ ਬੋਝੇ ਬੜੀ, ਜਿਹੜਾ ਨੁਕਤਾ ਸਾਨੂੰ ਦਿੱਤਾ ਗੁਰੂ ਸਾਹਿਬ ਨੇ, ਬਸ ਤਾਕਤ ਜਿਹੜੀ ਹੈ ਸਾਡੀ ਉਹ ਸਹਿਣਸ਼ੀਲਤਾ ਦੀ ਵਿੱਚ। ਸਹਿਣਸ਼ੀਲਤਾ ਖਤਮ ਹੋ ਜਾਂਦੀ ਜਦੋਂ ਬਿਲਕੁਲ ਐਂਡ ਤੇ ਚੱਲ ਜਾਂਦੀ, ਤਾਂ ਫਰਸਟ੍ਰੇਸ਼ਨ ਭਰ ਜਾਂਦੀ ਸੀ। ਸਾਨੂੰ ਹਰ ਕੰਮ ਸਾਡੀਆਂ ਇੱਛਾਵਾਂ ਦੇ ਰਾਹ ਚ ਰੋੜਾ ਬਣਦਾ ਨਜ਼ਰ ਆਉਂਦਾ ਹੈ, ਉਸ ਵੇਲੇ ਆਪ ਕੁਛ ਨਹੀਂ ਕਰਦਾ। ਹਾਂ, ਸਤਵਿੰਦਰ ਸਿੰਘ ਨੇ ਕੇਸ ਕਟਾ ਦਿੱਤੇ ਆ। ਪੰਥਪ੍ਰੀਤ ਉਦੋਂ ਕਹਿੰਦਾ ਸੀ ਕਿ ਟਕਸਾਲੀਆਂ ਦੇ ਗੁਰਦੁਆਰੇ ਜਾਣਾ ਹੈ, ਧੁੰਦਾ ਕਹਿੰਦਾ ਸੀ ਮੈਨੂੰ ਦੂਜੇ ਵੀ ਸੱਦਦੇ ਆ, ਸਾਨੂੰ ਪੰਥਪ੍ਰੀਤ ਉਹਨਾਂ ਦੇ ਨਾਲ ਮਿਲ ਕੇ ਚੱਲਣਾ ਪੈਣਾ। ਲੈਵਲ ਦਾ ਫਰਕ ਹੈ, ਸਹਿਣਸ਼ੀਲਤਾ ਖਤਮ ਹੋ ਗਈ, ਡੋਲ ਗਿਆ ਜਿਹੜਾ ਬੰਦਾ।
अपनी थां ते खड़ा खड़ा है, घबरा गया जो बहाना कोई नहीं। कोई बंदा अपनी जान तो हथ धो सकता, कोई खेतर छड़ सकता, कोई पिछे मुड़ सकता। जो मेरे ते अटैक होया, मेरे को भी 2-3 राह सी, उन्होंने लोगों के पैरों च बह सकता सी, जाके सारा कुछ घर बह सकता सी, राह बदल सकता सी। ਜਿਹਦੇ ਕਿਸੇ ਦੇ ਉਂਗਲੀ ਤੇ ਕਿਤੇ ਇੱਕ ਅੱਧਾ ਟੱਕ ਲੱਗਾ ਹੋਇਆ, ਮਸ਼ੀਨ ਚਾ ਕੇ ਉਂਗਲੀ ਵੱਢ ਹੋ ਜਾਂਦੀ ਹੈ, ਕਿਤੇ ਨਾੜ ਨੂੰ ਕੁੰਡਰ ਨੂੰ ਵੱਢ ਹੋਈ ਹੋਈ ਤੇ ਬਾਂਹ ਤੇ, ਕਿਉਂਕਿ ਹੱਥ ਜਿਹੜੇ ਆ ਇਹ ਬਹੁਤ ਸੈਂਸਿਟਿਵ ਹੁੰਦੇ, ਜਿਹਦੇ ਕਿਤੇ ਲੱਗੀ ਹੋਈ ਸੱਟ ਉਹਨੂੰ ਕਿਸੇ ਡਾਕਟਰ ਨੂੰ ਪੁੱਛ ਕੇ ਦੇਖਿਓ। 27 ਟੱਕ 20 ਤੇ 7, 27 ਟੱਕ ਮੇਰੀ ਕੱਲੀ ਸੱਜੀ ਬਾਂਹ ਦੇ ਉੱਤੇ ਸੀ, ਇੱਥੋਂ ਲੈ ਕੇ ਉਹ ਜਿਹੜੀਆਂ ਨਾੜਾਂ ਆ ਜਦੋਂ ਹੀਲ ਹੁੰਦੀਆਂ ਉਦੋਂ ਤੱਕ ਕੀ ਵਾਪਰਦਾ, ਕਿੱਦਾਂ ਦੀਆਂ ਦਰਦਾਂ ਹੁੰਦੀਆਂ। ਹੁਣ ਇਹਦਾ ਮਤਲਬ ਇਹ ਥੋੜੀ ਕੀ ਗੱਲ ਸਿੱਖੀ ਕਿਸੇ ਦੇ ਪਿਓ ਦੀ ਆ। ਚਲੋ ਮੰਨਿਆ ਯਾਰ ਦਾੜੀ ਕੇਸ ਨਹੀਂ ਗੁਰੂ ਗ੍ਰੰਥ ਸਾਹਿਬ ਲਿਖਿਆ, ਕੋਈ ਸਾਗਦਾ ਹੈ ਕਹਿਣੇ ਦਾ, ਕੋਈ ਕੌਣ ਹੁੰਦਾ ਕਹਿਣੇ ਵਾਲਾ ਤੈਨੂੰ ਆਹ ਨਹੀਂ ਕਰ ਦੇਣਾ, ਤੈਨੂੰ ਸਿੰਘ ਨਾਲ ਹੀ ਲਾਵਾਂਗੇ ਭਾਈ। ਇਹ ਤਾਂ ਜਦਿਆ ਸਾਡੇ ਇਹ ਤਾਂ ਕੜਿਆ ਅਸੀਂ ਤਾਂ ਠੋਕ ਕੇ ਕਹਾਂਗੇ ਕਿ ਹਾਂ ਹੈਗੇ ਆ, ਸਵਾਦ ਉਦਣ ਆਊਗਾ ਜਦੋਂ ਤੁਸੀਂ ਇੱਕ ਠੋਕ ਕੇ ਕਹੋਗੇ ਕਿ ਅਸੀਂ ਰੋਕ ਕੇ ਖਾਣਾ। ਤੁਹਾਨੂੰ ਸਫਾਈਆਂ ਦੇਣੀਆਂ ਪੈਂਦੀਆਂ, ਨਹੀਂ ਨਹੀਂ ਮੇਰਾ ਮਤਲਬ ਨਹੀਂ ਅਸੀਂ ਇਹਦੇ ਹੱਕ ਚ ਨਹੀਂ, ਅਸੀਂ ਇਹ ਨਹੀਂ ਕਹਿਣਾ ਚਾਹੁੰਦੇ, ਦੋਗਲੇ ਤੁਹਾਨੂੰ ਬਣਨਾ ਪੈਣਾ। ਹੋਰ ਕਿਸੇ ਦੇ ਵੀ ਮਨ ਦੇ ਵਿੱਚ ਰੇਡੀਓ ਸੁਣਨੇ ਵਾਲੇ ਜਾਂ ਹੋਰ ਕਿਸੇ ਦੇ ਮਨ ਚ ਹੋਗਾ ਮੈਂ ਦਾੜੀ ਕੇਸ ਹੀ ਕੰਮ ਨਹੀਂ ਕਰਨਾ, ਮੁਬਾਰਕ ਹੈ ਤੁਹਾਨੂੰ, ਜਾਓ ਕਦੇ ਇੱਕ ਵੀ ਬੰਦੇ ਨੂੰ, ਠੀਕ ਹੈ, ਇੱਕ ਵੀ ਬੰਦੇ ਨੂੰ 3-4 ਦਿਨ ਤਾਂ ਮੈਂ ਕੁੰਮ ਚ ਰਿਹਾ ਸੀ, 2 ਮਹੀਨੇ ਬਾਅਦ ਘਰ ਆਇਆ ਸੀ ਮੈਂ, ਕਿਸੇ ਇੱਕ ਬੰਦੇ ਤੁਸੀਂ ਕਿਹਾ ਹੋਵੇ ਕਿ ਭਾਈ ਤੁਸੀਂ ਆ ਸਕਦੇ ਅਮਰੀਕਾ, ਕੈਨੇਡਾ, ਇੰਗਲੈਂਡ, ਇੰਡੀਆ ਤੋਂ ਤੁਸੀਂ ਆ ਕੇ ਸਾਡੀ ਮਦਦ ਕਰਦੇ ਹੋ, ਆ ਪੈਸਿਆਂ ਦੀ ਮਦਦ ਕਰਦੇ ਹੋ, ਸਾਨੂੰ 2 ਬੰਦੇ ਖੜ ਜਾਓ ਕਰਦੇ ਬਾਹਰ। 1 ਮਹੀਨਾ ਪੂਰਾ ਜਿੰਨਾ ਚਿਰ ਬੰਦੇ ਫੜੇ ਨਹੀਂ ਸੀ ਗਏ, ਪਤਾ ਕਿੱਦਾਂ ਦੇ ਮੌਤ ਦੇ ਸਾਏ ਦੇ ਥੱਲੇ ਰਹਿ ਗਏ ਸੀ। ਫਿਰ ਵੀ ਕਿਤੇ ਅਸੀਂ ਏਦਾਂ ਨਹੀਂ ਕਿਹਾ ਕਿ ਸਿਕਿਉਰਿਟੀ ਖੜੀ ਕਰੀਏ, ਆ ਕਰੀਏ। ਜਿਹਦੇ ਅੰਦਰ ਜਿਹਨੂੰ ਲੱਗਦਾ ਹੋਇਆ ਕਿ ਮੈਂ ਵਾਧੂ ਕਰ ਰਿਹਾ, ਛੱਡੋ ਆਪਣੇ ਘਰ ਬੈਠੋ ਜਾ ਕੇ, ਇਸ ਗੱਲ ਦਾ ਸਾਹਮਣਾ ਹੈ। ਜੇ ਧੁੰਦਿਆਂ ਦੀ, ਪੰਥ ਪ੍ਰੀਤਾਂ ਦੀ, ਧੁੰਮਿਆਂ ਦੀ, ਅਕਾਲ ਤਖਤ ਦੇ ਜਥੇਦਾਰਾਂ ਦੀ ਪਰਵਾਹ ਨਹੀਂ ਕੀਤੀ। ਜਿੱਦਣ ਬਾਬਾ ਦੀਪ ਸਿੰਘ ਹੁਣਾਂ ਤੇ ਅਸੀਂ ਸਵਾਲ ਕੀਤੇ ਸੀ, ਸਵਾਲ ਉਠਾਏ ਸੀ ਕਿ ਭਾਈ ਗੁਰਦੁਆਰੇ ਦੀ ਲੜਾਈ ਜਿਹੜੀ ਆ ਉਹ ਗੁਰੂ ਸਾਹਿਬ ਦੀ ਲੜਾਈ ਨਹੀਂ ਹੈ, ਜੇ ਲੜਾਈ ਹੁੰਦੀ ਤਾਂ ਕਰਤਾਰਪੁਰ ਲੜੀ ਜਾਣੀ ਸੀ। ਸਭ ਤੋਂ ਪਹਿਲੀ ਸਲਤਨਤ, ਸਾਡਾ ਸਭ ਤੋਂ ਪਹਿਲੀ ਵਾਰ ਖਾਲਿਸਤਾਨ ਕਰਤਾਰਪੁਰ, ਪਹਿਲੇ ਪਾਤਸ਼ਾਹ ਨੇ ਆਪ ਜ਼ਮੀਨ ਖਰੀਦ ਕੇ ਆਪ ਵਸਾਇਆ ਸੀ, ਆਪਣੇ ਹੱਥੀਂ ਮਿਹਨਤ ਕਰਕੇ ਤਿਆਰ ਕੀਤੇ ਹੋਏ ਭਾਈ ਲਹਿਣੇ ਨੂੰ ਜਦੋਂ ਲਹਿਣੇ ਤੋਂ ਅੰਗਦ ਬਣਾਉਂਦੇ ਆ ਉਦੋਂ ਥਾਪੜਾ ਦੇਣਾ ਸੀ, ਫਿਰ ਲੜਾਈ ਅਸੀਂ ਨਹੀਂ ਛੱਡ ਕੇ ਯਾਦ ਕਰਾਂ। ਜੋ ਕੁਛ ਵੀ ਨਹੀਂ ਸੀਗਾ, ਜਦੋਂ 6ਵੇਂ ਪਾਤਸ਼ਾਹ ਨੇ ਹਥਿਆਰ ਚੱਕ ਲਏ ਸੀ, ਜਦੋਂ ਬਾਦਸ਼ਾਹ ਦੇ ਨਾਲ, ਜਹਾਂਗੀਰ ਨਾਲ ਲੜਾਈ ਕਰਨ ਲਈ ਤਿਆਰ ਹੋ ਗਏ ਸੀ, ਉਦੋਂ ਮੁੰਡਾ ਸੀ ਪਿੱਛੇ। ਨਾ ਭਾਈ ਬਹੁਤ ਹੋ ਗਿਆ, ਆਪਾਂ ਗੋਬਿੰਦਵਾਲ ਵੀ ਯਾਦ ਕਰਾਵਾਂਗੇ, ਆਪਾਂ ਖਡੂਰ ਵੀ ਯਾਦ ਕਰਾਵਾਂਗੇ, ਆਪਾਂ ਕਰਤਾਰਪੁਰ ਵੀ ਯਾਦ ਕਰਾਂਗੇ। ਨਹੀਂ ਹੋਇਆ। 10ਵੇਂ ਪਾਤਸ਼ਾਹ 14 ਜੰਗਾਂ ਲੜਦੇ ਪਹਾੜੀ ਰਾਜਿਆਂ ਨਾਲ, ਸੂਬਾ ਸਰਹੰਦ ਨਾਲ, ਔਰੰਗਜ਼ੇਬ ਨਾਲ। ਉਹਨਾਂ ਨੇ ਆਪਣੇ ਜਰਨੈਲਾਂ ਨੂੰ, ਆਪਣੇ ਪੁੱਤਰਾਂ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਸਿੰਘਾਂ ਨੂੰ ਲੈ ਕੇ ਆ ਕੇ ਹੱਲਾ ਬੋਲਣਾ ਸੀ ਵੀ ਨਹੀਂ ਅੰਮ੍ਰਿਤਸਰ ਯਾਦ। 14 ਜੰਗਾਂ ਲੜਦੇ ਪਹਾੜੀ ਰਾਜਿਆਂ ਨਾਲ, ਸੂਬਾ ਸਰਹੰਦ ਨਾਲ, ਔਰੰਗਜ਼ੇਬ ਨਾਲ। ਉਹਨਾਂ ਨੇ ਆਪਣੇ ਜਰਨੈਲਾਂ ਨੂੰ, ਆਪਣੇ ਪੁੱਤਰਾਂ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਸਿੰਘਾਂ ਨੂੰ ਲੈ ਕੇ ਆ ਕੇ ਹੱਲਾ ਬੋਲਣਾ ਸੀ ਵੀ ਨਹੀਂ ਅੰਮ੍ਰਿਤਸਰ ਯਾਦ। 15 ਅਗਸਤ 1947
ਇਹ ਫਿਕਰ ਬਾਬਾ ਦੀਪ ਸਿੰਘ ਨੂੰ ਕੀਤੀ। ਇਹ ਲੜਾਈ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਹੈ, ਇਹ ਲੜਾਈ ਦਸਾਂ ਪਾਤਸ਼ਾਹੀਆਂ ਦੀ ਨਹੀਂ ਹੈ, ਇਹ ਲੜਾਈ ਗੁਰੂ ਪਾਤਸ਼ਾਹ ਦੀ ਨਹੀਂ ਹੈ, ਇਹ ਲੜਾਈ ਪੁਜਾਰੀ ਦੀ ਹੈ, ਜਿਹੜਾ ਗੋਲਕ ਤੇ ਕਾਬਜ਼ ਹੋ ਕੇ ਬੈਠਾ। ਜਿਨ੍ਹਾਂ ਨੇ ਇਹ ਸੋਚਿਆ ਗੁਰਦੁਆਰੇ ਦੀ ਗੋਲਕ ਦੇ ਬਾਰੇ, ਉਹਨਾਂ ਦੇ ਵਿੱਚੋਂ ਬਾਲੇ ਵਾਲੀ ਜਨਮ ਸਾਖੀ ਨਿਕਲੀ ਹੈ, ਉਹਨਾਂ ਚੋਂ ਰਹਿਤਨਾਮੇ ਨਿਕਲੇ ਆ, ਉਹਨਾਂ ਚੋਂ ਸੂਰਜ ਪ੍ਰਕਾਸ਼ ਨਿਕਲਿਆ। ਜਿੱਦਣ ਉਹਨਾਂ ਤੇ ਕਿੰਤੂ ਕੀਤੇ ਆ, ਸਵਾਲ ਉਠਾਏ, ਜਿੱਦਣ ਭਿੰਡਰਾਂਵਾਲੇ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਹੈ, ਸਾਨੂੰ ਪਤਾ ਸੀ ਮਹਿੰਗੀ ਪੈਣੀ। ਪਰ ਇੱਕ ਦੇਖ ਲਿਓ, 10-15 ਸਾਲ ਹੋਰ ਠਹਿਰ ਲਓ, ਪੁੱਛਣਗੇ ਲੋਕ ਤੁਹਾਨੂੰ, ਪੁੱਛਣਗੇ ਕਿ ਜੇ ਇੰਦਰਾ ਗਾਂਧੀ ਨੂੰ ਕਤਲ ਕਰਨ ਦੇ ਲਈ ਬੇਅੰਤ ਸਿੰਘ ਤਾਂ ਸਤਵੰਤ ਸਿੰਘ ਦੇ ਉੱਤੇ ਉਤਰਾਉਣੇ ਆ, ਤੇ ਇਹ ਦੱਸੋ ਜਿਹੜਾ ਉੱਥੇ 30,000 ਕਤਲ ਹੋ ਗਿਆ, ਉਹਦੀ ਜ਼ਿੰਮੇਵਾਰੀ ਕੀ? ਤੁਹਾਡੇ ਬੱਚੇ ਪੁੱਛਣਗੇ।